ਅੱਜ ਦਰਸ਼ਨ ਕਰਨ ਆਏ ਸੀਗੇ ਤੇ ਮੇਰੇ ਜਦੋਂ ਇਹ ਕੰਜਕ ਦੇ ਦਰਸ਼ਨ ਕੀਤੇ ਨੇ, ਕਿਉਂਕਿ ਇਦਾਂ ਦੀਆਂ ਰੂਹਾਂ ਵਿਰਲੀਆਂ ਹੀ ਹੁੰਦੀਆਂ ਤੇ ਨਾਲ ਹੀ ਕੁਦਰਤੀ ਇਹਦਾ ਜਿਹੜਾ ਬ੍ਰੇਨ ਆ ਫੁੱਲੀ ਡਿਵੈਲਪ ਨਹੀਂ ਹੋਇਆ। ਤੇ ਜਦੋਂ ਇਸ ਬੱਚੀ ਨੂੰ ਕਹਿ ਲਓ ਕਿ ਪਰਮਾਤਮਾ ਨੇ ਸਾਨੂੰ ਸੇਵਾ ਦਿੱਤੀ ਸੀ ਤਾਂ ਬੜੀ ਦੁਨਿਆਵੀ ਦਿੱਕਤਾਂ ਆਈਆਂ ਸੀਗੀਆਂ। ਮਾਰਨਾ ਤਾਂ ਬਹੁਤ ਵੱਡਾ ਪਾਪ ਹੈ, ਉਹਨੂੰ ਮਾਰਨ ਨਾਲੋਂ ਪੰਗੂੜੇ ਦੇ ਵਿੱਚ ਤੁਸੀਂ ਜਾ ਕੇ ਜਿਹੜੀ ਸਰਕਾਰ ਵੱਲੋਂ ਚਲਾਈ ਗਈ ਸਕੀਮ ਹੈ ਉੱਥੇ ਜਾ ਕੇ ਛੱਡ ਸਕਦੇ ਹੋ। ਜਦੋਂ ਝਾੜੀਆਂ 'ਚ ਜਾਂ ਸੇਮ ਤੇ ਜਾਂ ਕਿਤੇ ਹੋਰ ਆਪਾਂ ਸੁੰਨਸਾਨ ਥਾਵਾਂ ਤੇ ਬੱਚੇ ਨੂੰ ਛੱਡਦੇ ਆ ਤਾਂ ਉਹਦਾ ਲਾਸ ਬਹੁਤ ਹੁੰਦਾ, ਕਿਉਂਕਿ ਪੰਗੂੜੇ ਦੇ ਵਿੱਚ ਆਟੋਮੈਟਿਕਲੀ ਇੱਕ ਬੈਲ ਲੱਗੀ ਹੋਈ ਆ ਜਿਹੜੀ ਬੱਚਾ ਰੱਖਦੇ ਸਾਰ ਹੀ ਅੰਦਰ ਵੱਜ ਜਾਂਦੀ ਹੈ ਜਿੱਥੇ ਵੀ ਉਹ ਲੱਗਿਆ ਹੋਇਆ। ਇਲੀਗਲ ਬੱਚਾ ਲੈਂਦੇ ਆ ਤਾਂ ਕੱਲ ਨੂੰ ਕੋਈ ਆ ਕੇ ਕਹੇ ਜਿਹਦਾ ਹੈਗਾ ਹੀ ਆ ਬਾਇਓਲੋਜੀਕਲ। ਮਾਵਾਂ ਘਰ ਛੱਡ ਕੇ ਆਪਣੇ ਆ ਜਾਂਦੀਆਂ ਕਿ ਸਾਡੀ ਨੂੰਹ ਸਾਨੂੰ ਕੁੱਟਦੀ ਹੈ, ਮੁੰਡਾ ਸਾਨੂੰ ਪੁੱਛਦਾ ਨਹੀਂ। ਮਾਂ-ਬਾਪ ਇੱਕ ਐਸਾ ਗਹਿਣਾ ਹੈ ਜਿਹੜਾ ਖੋਣ ਤੋਂ ਬਾਅਦ ਹੀ ਅਹਿਸਾਸ ਹੁੰਦਾ ਬੰਦੇ ਨੂੰ ਕਿ ਹਾਂ ਵੀ ਉਹ ਚੀਜ਼ ਹੈ ਨਹੀਂ। ਇਹ ਨਾ 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 ਸਾਡੀ ਪਿਆਰੀ ਬਾ ਓਏ ਵਾ ਓਏ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੀ ਤੁਸੀਂ ਅੱਜ ਸਾਡੇ ਹੱਥ 'ਚ ਕੰਜਕ ਫੜੀ ਦੇਖ ਰਹੇ ਹੋ ਜੀ, ਇਹ ਨਾ 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 ਇਹ ਤੁਸੀਂ ਸੰਭਾਲੋ ਦੀਦੀ, ਇਹ ਰੋਈ ਜਾਣੀ ਮੇਰੇ ਕੋਲ। ਲਓ ਜੀ ਲਓ ਜੀ ਲਓ ਨਾ ਨਾ ਜੀ ਮਾਂ ਦੇ ਹੱਥ ਨਾਲ ਹੀ ਚੁੱਪ ਹੋ ਗਈ ਹੈ। ਬੈਠੋ ਬਈ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਬੜੇ ਦਿਨਾਂ ਤੋਂ ਫੋਨ ਕਾਲ ਆ ਰਹੇ ਸੀਗੇ ਕਿ ਬਾਈ ਜਿਹੜੀ ਤੁਸੀਂ ਬੱਚੀ ਰੈਸਕਿਊ ਕਰਾਈ ਸੀਗੀ, ਰੈਸਕਿਊ ਕਹਿ ਲਓ ਕਿ ਚਲੋ ਜੋ ਵੀ ਹਾਲਾਤ ਸੀ ਤੁਸੀਂ ਸਾਰਿਆਂ ਨੇ ਦੇਖੇ ਹੋਣੇ ਕਿ ਗੁਰਦਾਸਪੁਰ ਤੋਂ ਇੱਕ ਛੋਟੀ ਜਿਹੀ ਕੰਜਕ ਸਾਡੇ ਕੋਲ ਆਈ ਸੀ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਵੀਰਾਂ ਭੈਣਾਂ ਦੇ ਫੋਨ ਆਏ ਕਿ ਅਸੀਂ ਉਸ ਬੱਚੀ ਨੂੰ ਅਡਾਪਟ ਕਰਨਾ ਚਾਹੁੰਦੇ ਹਾਂ। ਤੇ ਮੈਂ ਬੜੀ ਵੀਡੀਓ ਦੇ ਵਿੱਚ ਜ਼ਿਕਰ ਵੀ ਕੀਤਾ ਸੀਗਾ ਕਿ ਇੱਕ ਅਡਾਪਟ ਕਰਨ ਦਾ ਬੱਚੇ ਨੂੰ ਲੀਗਲੀ ਪ੍ਰੋਸੈਸ ਹੁੰਦਾ ਹੈ ਤੇ ਉਹ ਇੱਕ ਪ੍ਰੋਪਰ ਵੈਬਸਾਈਟ ਹੁੰਦੀ ਹੈ ਗਵਰਨਮੈਂਟ ਵੱਲੋਂ ਜਿਹਦੇ ਨਾਲ ਤੁਸੀਂ ਬੱਚਾ ਅਡਾਪਟ ਕਰ ਸਕਦੇ ਹੋ। ਇੱਦਾਂ ਬੱਚਾ ਨਹੀਂ ਲੈ ਸਕਦੇ। ਤੇ ਅੱਜ ਅਸੀਂ ਇਸ ਭੈਣ ਦੇ ਦਰਸ਼ਨ ਕਰਨ ਪਹੁੰਚੇ ਹਾਂ ਜੀ। ਬਾਲ ਘਰ ਜਸਵੀਰ ਦੀਦੀ ਮੇਰੇ ਨਾਲ ਨੇ ਤੇ ਬੱਚੀ ਦਾ ਨਾਮ ਜਿਹੜਾ ਪੇਰੈਂਟਸ ਵੱਲੋਂ ਹੀ ਰੱਖਿਆ ਗਿਆ ਸੀਗਾ ਈਬਾ। ਹਾਂ। ਤੇ ਅੱਜ ਦਰਸ਼ਨ ਕਰਨ ਆਏ ਸੀਗੇ ਤੇ ਮੇਰੇ ਜਦੋਂ ਇਹ ਕੰਜਕ ਦੇ ਦਰਸ਼ਨ ਕੀਤੇ ਨੇ, ਕਿਉਂਕਿ ਇਦਾਂ ਦੀਆਂ ਰੂਹਾਂ ਵਿਰਲੀਆਂ ਹੀ ਹੁੰਦੀਆਂ ਤੇ ਖਾਸ ਕਰ ਜਦੋਂ ਸਾਡੇ ਵਰਗਿਆਂ ਦੇ ਹੱਥ ਇਹਨਾਂ ਦੀਆਂ ਸੇਵਾ ਆਉਂਦੀ ਹੈ ਤਾਂ ਸਾਡੇ ਵਰਗੀਆਂ ਵੀ ਪਾਪੀ ਰੂਹਾਂ ਕਹਿ ਲਓ ਕਿ ਪਵਿੱਤਰ ਹੋ ਜਾਂਦੀਆਂ ਕਿ ਚਲੋ ਜ਼ਿੰਦਗੀ 'ਚ ਪਤਾ ਨਹੀਂ ਕੀ ਕੁਛ ਕੀਤਾ ਹੋਇਆ ਤੇ ਇਦਾਂ ਦੀਆਂ ਰੂਹਾਂ ਨੂੰ ਥੋੜ੍ਹਾ ਜਿਹਾ ਆਪਣਾ ਯੋਗਦਾਨ ਪਾ ਕੇ ਤੇ ਅਸੀਂ ਵੀ ਪਵਿੱਤਰ ਹੋ ਜਾਂਦੇ ਹਾਂ। ਤੇ ਮੇਰੇ ਨਾਲ ਜਸਵੀਰ ਦੀਦੀ ਨੇ ਜਿਨ੍ਹਾਂ ਦੀ ਇਹ ਬਾਲਕਾਰ ਸੰਸਥਾ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਕਹਿ ਲਓ ਕਿ ਇਹ ਜਿੰਨੇ ਵੀ ਸਾਡੇ ਕੋਲ ਅੱਜ ਤੱਕ ਬੱਚਿਆਂ ਦੇ ਕੇਸ ਆਏ ਨੇ, ਖਾਸ ਕਰ ਕੁੜੀਆਂ ਦੇ, ਛੋਟੀਆਂ ਭੈਣਾਂ ਦੇ, ਤੇ ਇਹ ਦੀਦੀ ਨੇ ਵਾਕਈ ਮਾਂ ਬਣ ਕੇ ਸੰਭਾਲੇ ਨੇ ਤੇ ਸਾਂਭ ਰਹੇ ਨੇ ਅੱਗੇ। ਤੇ ਇਹ ਬੱਚੀ ਦੀ ਵੀ ਰੇਖ ਦੇਖ ਜਿਹੜੀ ਸਰਕਾਰ ਵੱਲੋਂ CWS ਸੁਸਾਇਟੀ ਦੇ ਥਰੂ ਜਿਹੜੀ ਇਸ ਬਾਲ ਘਰ ਨੂੰ ਸੁਸਾਇਟੀ ਨੂੰ ਦਿੱਤੀ ਗਈ ਹੈ। ਤੇ ਬਾਕੀ ਦੀਦੀ ਤੁਹਾਡੇ ਨਾਲ ਇਸ ਬੱਚੀ ਬਾਰੇ ਸਾਂਝੀ ਕਰਨਗੇ। ਦੀਦੀ ਕਿਵੇਂ ਆ ਬੱਚੀ? ਅਨਮੋਲ ਵੀਰ ਬੱਚੀ ਵੈਸੇ ਹੈਲਦੀ ਆ ਕਿਉਂਕਿ ਇਹਦੀ ਜਿਹੜੀ ਫੀਡ ਵਗੈਰਾ ਉਹ ਬਹੁਤ ਪ੍ਰੋਪਰ ਲੈ ਰਹੀ ਆ ਇਹ ਜੀ ਜੀ। ਤੇ ਇਹਦਾ ਜਿਹੜਾ ਬੈਕ ਤੇ ਫੋੜ ਆ ਉਹਨੂੰ ਸਪਾਈਨਾ ਬਾਇਫਿਡਾ ਕਹਿੰਦੇ ਆ, ਮਨੈਂਜੀਓਮਾਇਸੀਲ ਵੀ ਇਹਨੂੰ। ਤੇ ਨਾਲ ਹੀ ਕੁਦਰਤੀ ਇਹਦਾ ਜਿਹੜਾ ਬ੍ਰੇਨ ਆ ਫੁੱਲੀ ਡਿਵੈਲਪ ਨਹੀਂ ਹੋਇਆ ਜੀ ਦੀਦੀ। ਇਹਦੇ ਵਿੱਚ ਅੱਧਾ ਪਾਣੀ ਆ ਤੇ ਅੱਧਾ ਕ ਬ੍ਰੇਨ ਡਿਵੈਲਪ ਹੋਇਆ। ਫਿਰ ਇਹਦੇ ਬ੍ਰੇਨ ਦੇ ਵਿੱਚ ਪਾਣੀ ਭਰ ਜਾਂਦਾ ਜਿਹਨੂੰ ਡਾਕਟਰ ਸਮੇਂ-ਸਮੇਂ ਤੇ ਟੈਪ ਕਰਦੇ ਆ, ਮਤਲਬ ਜਿਹਨੂੰ ਪਾ ਕੇ ਪਾਈਪ ਕੱਢ ਦਿੰਦੇ ਆ ਜਦੋਂ ਜ਼ਿਆਦਾ ਆਪਾਂ ਨੂੰ ਹੈਵੀ ਲੱਗਦਾ। ਤੇ ਜ਼ਿਆਦਾ ਲੰਬੀ ਮੈਡੀਸਨ ਨਹੀਂ ਆ ਜੇ ਇਹਦੀ ਸ਼ੁਰੂ ਹੋਈ ਕੋਈ ਤੇ ਜੇ ਇਹਦੀ ਸਿਹਤ ਸੰਭਲ ਜਾਂਦੀ ਆ ਫਿਰ ਅਗਲਾ ਸਟੈਪ ਦੱਸਣਗੇ ਆਪਾਂ ਨੂੰ। ਜੀ ਜੀ ਬਾਬਾ। ਤੇ ਕਿੰਨੇ ਕੁ ਤਕਰੀਬਨ ਬੱਚੇ ਨੇ ਦੀਦੀ ਆਪਣੇ ਕੋਲ ਇੱਥੇ ਟੋਟਲ? ਇਸ ਵੇਲੇ ਵੀਰੇ ਹੈਗੇ 50 ਦੇ ਕਰੀਬ ਬੱਚੇ ਨੇ ਤੇ ਆਪਣੇ ਕੋਲ ਬੱਚੇ ਅਕਸਰ ਆਉਂਦੇ ਰਹਿੰਦੇ ਆ ਤੇ ਸੈਂਟਰਲ ਗਵਰਨਮੈਂਟ ਦੇ ਥਰੂ ਅਡਾਪਸ਼ਨ ਦੇ ਵਿੱਚ ਜੀ ਜਾਈ ਜਾ ਰਹੇ ਆ ਨਾਲ ਦੀ ਨਾਲ। ਮੈਂ ਦੀਦੀ ਨਾਲ ਡਿਸਕਸ ਕਰ ਰਿਹਾ ਸੀਗਾ ਕਿ ਜਿਵੇਂ 3-4 ਸਾਲ ਤੋਂ ਦੀਦੀ ਨਾਲ ਮੇਰਾ ਵਾਰਤਾਲਾਪ ਹੈਗਾ ਤੇ ਕਾਫੀ ਸਾਡੀ ਹੈਲਪ ਕਰਦੇ ਨੇ ਦੀਦੀ। ਜਿੰਨੇ ਵੀ ਸਾਡੇ ਕੋਲ ਬੱਚਿਆਂ ਦੇ ਕੇਸ ਆਉਂਦੇ ਨੇ ਜਿਹੜੇ ਸਮਾਜ ਦੇ ਵਿੱਚੋਂ ਕਹਿ ਲਓ ਕਿ ਬੜੀਆਂ ਦਿੱਕਤਾਂ ਹੁੰਦੀਆਂ ਨੇ ਤੇ ਉਹਦੇ ਵਿੱਚੋਂ ਇਹ ਚੀਜ਼ਾਂ ਹੁੰਦੀਆਂ ਤੇ ਸਾਡੇ ਕੋਲ ਜਦੋਂ ਵੀ ਕਿੱਦਾਂ ਛੋਟੀ ਬੱਚੀ ਦਾ ਕੇਸ ਆਇਆ ਸੀ ਹਮੇਸ਼ਾ ਦੀਦੀ ਨੂੰ ਇਹ ਰਿਕਮੈਂਡ ਕੀਤਾ ਤੇ ਦੀਦੀ ਨੇ ਵਾਕਈ ਦਿਨ ਰਾਤ ਨਾ ਸੋਚਦੇ ਹੋਏ ਪਹਿਲ ਦੇ ਆਧਾਰ ਤੇ ਹਮੇਸ਼ਾ ਸਾਡੇ ਨਾਲ ਆ ਕੇ ਸਾਥ ਦਿੱਤਾ। ਤੇ ਜਦੋਂ ਇਸ ਬੱਚੀ ਨੂੰ ਕਹਿ ਲਓ ਕਿ ਪਰਮਾਤਮਾ ਨੇ ਸਾਨੂੰ ਸੇਵਾ ਦਿੱਤੀ ਸੀ ਤਾਂ ਬੜੀ ਦੁਨਿਆਵੀ ਦਿੱਕਤਾਂ ਆਈਆਂ ਸੀਗੀਆਂ ਤੇ ਬਹੁਤ ਕੁਝ ਹੋਇਆ ਸਾਡੇ ਨਾਲ ਤੇ ਅਸੀਂ ਬਹੁਤ ਕੁਝ ਸਿੱਖਿਆ ਵੀ ਉਸ ਚੀਜ਼ ਤੋਂ, ਕਿਉਂਕਿ ਅਸੀਂ ਬਿਨਾਂ ਕੋਈ ਕਹਿ ਲਓ ਕਿ ਨੌਲੇਜ ਨਹੀਂ ਸੀ ਇੰਨੀ, ਇਕੱਲੀ ਇਨਸਾਨੀਅਤ ਦਿਲ ਦੇ ਵਿੱਚ ਰੱਖ ਕੇ ਅਸੀਂ ਇਸ ਬੱਚੀ ਦੀ ਹੈਲਪ ਲਈ ਅੱਗੇ ਆ ਗਏ।
ਪਰ ਫਿਰ ਦੀਦੀ ਨੇ ਸਾਨੂੰ ਸਮਝਾਇਆ ਕਿ ਵੀਰੇ ਕਦੀ ਵੀ ਇੱਦਾਂ ਦਾ ਕੋਈ ਕੇਸ ਆਵੇ, ਇਹ ਮੈਂ ਤੁਹਾਨੂੰ ਵੀ ਸਲਾਹ ਦੇ ਰਿਹਾ ਕਿ ਕਦੀ ਵੀ ਜੇ ਤੁਹਾਡੇ ਆਲੇ ਦੁਆਲੇ ਇੱਦਾਂ ਦੀ ਨਾ ਹੋਣ ਵਾਲੀ ਘਟਨਾ ਜੇ ਹੋ ਜਾਂਦੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਲੋਕਲ ਪੁਲਿਸ ਨੂੰ ਕੰਟੈਕਟ ਕਰਨਾ ਚਾਹੀਦਾ, ਜਾਂ ਤੁਹਾਡੇ ਹਰ ਸ਼ਹਿਰ ਦੇ ਵਿੱਚ CWS ਸੁਸਾਇਟੀ CWC ਚਾਈਲਡ ਵੈਲਫੇਅਰ ਕਮੇਟੀਜ਼, ਚਾਈਲਡ ਵੈਲਫੇਅਰ ਕਮੇਟੀ ਹੁੰਦੀ ਹੈ, ਉਹ ਹਰ ਸ਼ਹਿਰ ਦੇ ਵਿੱਚ ਹੈ। ਤੁਸੀਂ ਗੂਗਲ ਤੋਂ ਨੰਬਰ ਚੱਕ ਸਕਦੇ ਹੋ ਔਰ ਪਹਿਲ ਦੇ ਆਧਾਰ ਤੇ ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਸਭ ਤੋਂ ਫਸਟ ਇਨਫੋਰਮੇਸ਼ਨ ਹੈ ਜਿਹੜੀ ਉਹਨਾਂ ਨੂੰ ਦਿਓ। ਫਿਰ ਸਾਰਾ ਲੀਗਲੀ ਕਾਰਵਾਈ ਦੇ ਨਾਲ ਜਿਹੜਾ ਬੱਚਾ ਉਹ ਆਸ਼ਰਮ ਅਡਾਪਟ ਹੁੰਦਾ, ਬਿਨਾਂ ਪੁਲਿਸ ਦੇ ਇਨਫੋਰਮ ਕੀਤੇ, ਬਿਨਾਂ CWC ਸੁਸਾਇਟੀ ਦੇ ਇਨਫੋਰਮ ਕੀਤੇ ਕਦੀ ਵੀ ਇੱਦਾਂ ਹੈਲਪ ਲਈ ਅੱਗੇ ਨਾ ਆਇਓ। ਉਹ ਪ੍ਰੋਬਲਮ ਤੁਸੀਂ ਫੇਸ ਕਰ ਸਕਦੇ ਹੋ। ਚਲੋ ਜਦੋਂ ਵੈਸੇ ਤਾਂ ਤੁਸੀਂ ਇਨਸਾਨੀਅਤ ਦਾ, ਰੱਬ ਦਾ ਕੰਮ ਕਰਦੇ ਹੋ ਤਾਂ ਕਹਿੰਦੇ ਕਿ ਪਰਵਾਹ ਨਹੀਂ ਕਰਨੀ ਚਾਹੀਦੀ, ਪਰ ਫਿਰ ਵੀ ਮੈਨੂੰ ਜੋ ਲੱਗਦਾ ਕਿ ਤੁਸੀਂ ਨਾਲ ਸੇਵਾ ਦੇ ਨਾਲ ਆਪਾਂ ਨੂੰ ਸੇਫਰ ਸਾਈਡ ਮਤਲਬ ਦੇਖੀਏ ਕਿ ਕੀ ਆ ਜਿਹਦੇ ਬੱਚੇ ਦਾ ਵੀ ਭਲਾ ਹੋਵੇ ਤੇ ਆਪਣਾ ਵੀ ਨਾਲ ਦੀ ਨਾਲ ਠੀਕ ਰਹੇ ਜੀ। ਤੇ ਇੱਕ ਹੋਰ ਮੈਂ ਚੀਜ਼ ਜਿਹੜੀ ਇੰਪੋਰਟੈਂਟ ਅੱਜ ਲਾਈਵ ਹੋਇਆ ਇਸ ਚੀਜ਼ ਨੂੰ ਲੈ ਕੇ, ਕਿ ਇੱਕ ਨਾ 2011 ਦੇ ਵਿੱਚ ਸਾਡੇ IPS ਰਹੇ ਨੇ ਅੰਮ੍ਰਿਤਸਰ ਤੋਂ ਕਾਨ ਸਿੰਘ ਪੰਨੂ ਜੀ, ਤੇ ਬਹੁਤ ਤਾਰੀਫ ਸੁਣੀ ਮੈਂ ਉਹਨਾਂ ਦੀ, ਹੁਣ ਤਾਂ ਰਿਟਾਇਰ ਹੋ ਚੁੱਕੇ ਨੇ। ਤੇ ਉਹਨਾਂ ਨੇ ਇੱਕ ਸਕੀਮ ਸ਼ੁਰੂ ਕੀਤੀ ਸੀ ਜੀ, ਪੰਗੂੜਾ ਸਕੀਮ। ਮਤਲਬ ਪੰਗੂੜਾ ਸਕੀਮ ਹੁੰਦੀ ਹੈ ਕਿ ਜਦੋਂ ਸਮਾਜ ਦੇ ਵਿੱਚ ਕੋਈ ਐਸੀ ਘਟਨਾ ਹੋ ਜਾਂਦੀ ਹੈ, ਕੋਈ ਬੰਦਾ ਜਾਂ ਕੋਈ ਫੈਮਿਲੀ ਆਪਣਾ ਬੱਚਾ ਜਾਂ ਬੇਟਾ ਜਾਂ ਬੇਟੀ ਨਹੀਂ ਰੱਖਣਾ ਚਾਹੁੰਦੇ ਔਰ ਉਹ ਆਪਣੀ ਜਾਣਕਾਰੀ ਗੁਪਤ ਰੱਖਣਾ ਚਾਹੁੰਦੇ ਆ, ਉਹ ਨਹੀਂ ਅੱਗੇ ਆਉਣਾ ਚਾਹੁੰਦੇ ਸਮਾਜ ਦੇ ਵਿੱਚ, ਤਾਂ ਉਹ ਪੰਗੂੜਾ ਹੁੰਦਾ, ਇੱਕ ਬਾਕਸ ਬਣਿਆ ਹੁੰਦਾ, ਉਹ ਤਕਰੀਬਨ ਹਰ ਸ਼ਹਿਰ ਦੇ ਵਿੱਚ ਹੈਗਾ ਹੀ ਹੈਗਾ। ਜਿੱਦਾਂ ਲੁਧਿਆਣੇ ਸਾਡੇ ਸਰਾਭਾ ਨਗਰ ਹੈਗਾ, ਇੱਕ ਇੱਥੇ ਬਾਲਘਰ ਹੈਗਾ। ਮਤਲਬ ਮੋਸਟਲੀ ਰੈੱਡ ਕਰਾਸ ਸੁਸਾਇਟੀਜ਼ ਨੇ ਜਿਹੜੀਆਂ ਉਹਨਾਂ ਦੇ ਅੱਗੇ ਲਾਏ ਹੋਏ ਨੇ, ਜਾਂ ਕੋਈ ਸੰਸਥਾਵਾਂ ਨੇ ਉਹਨਾਂ ਦੇ ਅੱਗੇ ਸਰਕਾਰ ਵੱਲੋਂ ਲੀਗਲੀ ਆ ਕੇ ਲੱਗਿਆ ਹੋਣਾ ਚਾਹੀਦਾ ਜੀ। ਇਹ ਸਰਕਾਰ ਵੱਲੋਂ ਲੱਗਦਾ ਜੀ ਪੰਗੂੜਾ, ਤੇ ਇਹ ਪੰਗੂੜਾ ਹੁੰਦਾ ਜੀ, ਇੱਕ ਜਗ੍ਹਾ ਹੁੰਦੀ ਹੈ ਬੱਚਾ ਕੇ ਰੱਖਣ ਦੀ। ਤੇ ਵੈਸੇ ਤਾਂ ਸਮਾਜ 'ਚ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਪਰ ਕਹਿ ਲਓ ਕਿ ਹੁਣ ਇਹ ਦੁਨੀਆ ਹੈ ਨਾ, ਇੱਥੇ ਹਰ ਤਰ੍ਹਾਂ ਦੀ ਚੀਜ਼ ਦੇਖਣ ਨੂੰ ਮਿਲਦੀ ਹੈ, ਚੰਗਾ ਮਾੜਾ ਸਭ ਕੁਝ ਹੈਗਾ ਇਸ ਦੁਨੀਆ ਤੇ। ਤਾਂ ਜਦੋਂ ਵੀ ਜੇ ਕੋਈ ਤੁਹਾਡੀ ਅੱਖਾਂ ਦੇ ਮੂਹਰੇ ਇੱਦਾਂ ਦਾ ਕੇਸ ਆਉਂਦਾ ਹੈ ਕਿ ਕੋਈ ਬੱਚੀ ਲਵਾਰਸ ਰੋਡ ਤੇ, ਜਾਂ ਮਤਲਬ ਕੋਈ ਸਮਾਜ 'ਚੋਂ ਕੋਈ ਪੇਰੈਂਟਸ ਨਹੀਂ ਰੱਖਣਾ ਚਾਹੁੰਦੇ ਕਿਸੇ ਵੀ ਪ੍ਰੋਬਲਮ ਕਰਕੇ, ਜੇ ਉਹ ਇੱਕ ਦੋ ਪ੍ਰੋਸੈਸ ਨੇ ਉਹਦੇ ਬੱਚਾ ਆਪਣਾ ਜ਼ਿੰਦਗੀ ਦੇਣ ਨੂੰ, ਕਿਉਂਕਿ ਮਾਰਨਾ ਤਾਂ ਬਹੁਤ ਵੱਡਾ ਪਾਪ ਹੈ। ਤੁਸੀਂ ਰੱਖਣਾ ਨਹੀਂ ਚਾਹੁੰਦੇ ਉਹ ਤਾਂ ਚਲੋ ਫਿਰ ਰੱਬ ਕਿਤੇ ਨਾ ਕਿਤੇ ਤੁਹਾਨੂੰ ਬਖਸ਼ ਦੇਗਾ ਕਿ ਬਈ ਤੇਰੇ ਹਾਲਾਤ ਨਹੀਂ ਹੈਗੇ ਸਹੀ ਬੱਚਾ ਰੱਖਣ ਦੇ, ਬੇਟੀ ਰੱਖਣ ਦੇ, ਜਾਂ ਬੇਟਾ ਰੱਖਣ ਦੇ, ਜਾਂ ਪਹਿਲਾਂ ਵੀ ਤੁਹਾਡੇ 4 ਬੇਟੀਆਂ, ਤੁਹਾਡੀ ਸੋਚ ਹੈ ਇੱਦਾਂ ਦੀ ਕਿ ਬੇਟੀਆਂ ਵੈਸੇ ਤਾਂ ਅੱਜ ਕੱਲ੍ਹ ਮੁੰਡਿਆਂ ਤੋਂ ਜ਼ਿਆਦਾ ਅੱਗੇ ਨੇ, ਪਰ ਫਿਰ ਵੀ ਜਿਹੜੀ ਬੈਕਵਰਡ ਸੋਚ ਹੈ ਕਿ ਹਾਂ ਭਈ ਮੁੰਡਾ ਹੀ ਚਾਹੀਦਾ, ਤਾਂ ਉਹਨਾਂ ਦੇ ਘਰੇ ਕੁੜੀ ਜਨਮ ਲੈ ਲੈਂਦੀ ਆ। ਉਹਨੂੰ ਮਾਰਨ ਨਾਲੋਂ ਪੰਗੂੜੇ ਦੇ ਵਿੱਚ ਤੁਸੀਂ ਜਾ ਕੇ ਜਿਹੜੀ ਸਰਕਾਰ ਵੱਲੋਂ ਚਲਾਈ ਗਈ ਸਕੀਮ ਹੈ ਉੱਥੇ ਜਾ ਕੇ ਛੱਡ ਸਕਦੇ ਹੋ। ਉਹਦੇ ਨਾਲ ਇੱਕ ਤਾਂ ਤੁਹਾਡੇ ਬੱਚੇ ਨੂੰ ਵਧੀਆ ਪਰਵਰਿਸ਼ ਮਿਲੇਗੀ, ਉੱਤੋਂ ਉਹ ਪੁੰਨ ਦਾ ਕੰਮ ਇਸ ਲਈ ਹੋ ਜਾਏਗਾ ਕਿਉਂਕਿ ਜਦੋਂ ਝਾੜੀਆਂ 'ਚ ਜਾਂ ਸੇਮ ਤੇ ਜਾਂ ਕਿਤੇ ਹੋਰ ਆਪਾਂ ਸੁਨਸਾਨ ਥਾਵਾਂ ਤੇ ਬੱਚੇ ਨੂੰ ਛੱਡਦੇ ਆ ਤਾਂ ਉਹਦਾ ਲਾਸ ਬਹੁਤ ਹੁੰਦਾ, ਉਹਨੂੰ ਕੁੱਤੇ ਕਾਢੇ ਜੋ ਵੀ। ਇਮੀਡੀਏਟ ਜਦੋਂ ਆਪਾਂ ਪੰਗੂੜੇ ਦੇ ਵਿੱਚ ਰੱਖਦੇ ਆ ਤਾਂ ਉਹ ਸਹੀ ਹੱਥਾਂ ਦੇ ਵਿੱਚ, ਕਿਉਂਕਿ ਪੰਗੂੜੇ ਦੇ ਵਿੱਚ ਆਟੋਮੈਟਿਕਲੀ ਇੱਕ ਬੈਲ ਲੱਗੀ ਹੋਈ ਆ ਜਿਹੜੀ ਬੱਚਾ ਰੱਖਦੇ ਸਾਰ ਹੀ ਅੰਦਰ ਵੱਜ ਜਾਂਦੀ ਹੈ ਜਿੱਥੇ ਵੀ ਉਹ ਲੱਗਿਆ ਹੋਇਆ, ਤੇ ਪ੍ਰਬੰਧਕਾਂ ਨੂੰ ਪਤਾ ਲੱਗ ਜਾਂਦਾ ਤੇ ਬੱਚਾ ਸੰਭਾਲਿਆ ਜਾਂਦਾ ਇਮੀਡੀਏਟ। ਤੇ ਮੇਰੀ ਆਹ ਵੀਡੀਓ ਮੇਨ ਇਸ ਕਰਕੇ ਸੀਗੀ ਕਿ ਇੱਕ ਤਾਂ ਜਿਹੜੇ ਲੋਕ ਬੱਚਾ ਅਡਾਪਟ ਕਰਨ ਦੇ ਲਈ ਸਾਨੂੰ ਫੋਨ ਕਾਲਸ ਕਰਦੇ ਨੇ, ਬਹੁਤ ਜ਼ਿਆਦਾ ਮੈਸੇजेस ਕਰਦੇ ਨੇ, ਦੀਦੀ ਜਿਹੜੇ ਲੋਕ ਬੱਚਾ ਇਲੀਗਲੀ ਅਡਾਪਟ ਕਰਦੇ ਨੇ ਜਿਵੇਂ ਆਲੇ ਦੁਆਲੇ ਚੋਂ, ਉਹ ਕਿਤੇ ਨਾ ਕਿਤੇ ਦਿੱਕਤ ਵੀ ਦੇ ਸਕਦਾ। ਕੱਲ ਦਿੱਕਤ ਹੁੰਦੀ ਹੈ ਕਿ ਉਹਦਾ ਬਰਥ ਸਰਟੀਫਿਕੇਟ ਨਹੀਂ ਬਣਦਾ, ਜਾਂ ਕੱਲ ਨੂੰ ਕੋਈ ਬਾਹਰ ਅੰਦਰ ਦੇ ਪੇਪਰ ਰੈਡੀ ਕਰਨੇ ਆ, ਕੋਈ ਪਾਸਪੋਰਟ ਅਪਲਾਈ ਕਰਨਾ, ਉਸ ਵੇਲੇ ਪ੍ਰੋਬਲਮਸ ਆਉਂਦੀਆਂ ਨੇ। ਇਮੀਡੀਏਟ ਨਹੀਂ ਪਤਾ ਲੱਗਦਾ, ਜਾਂ ਕਦੇ ਕੋਈ ਬੱਚੇ ਨੂੰ ਆ ਕੇ ਕਲੇਮ ਕਰ ਸਕਦਾ। ਅੱਛਾ, ਜੇ ਆਪਾਂ ਇਲੀਗਲ ਬੱਚਾ ਲੈਂਦੇ ਆ ਤਾਂ ਕੱਲ ਨੂੰ ਕੋਈ ਆ ਕੇ ਕਹੇ ਜਿਹਦਾ ਹੈਗਾ ਹੀ ਆ ਬਾਇਓਲੋਜੀਕਲ, ਉਹ ਆ ਕੇ ਕਲੇਮ ਕਰੇ ਕਿ ਮੇਰਾ ਤਾਂ ਆਪਣੇ ਕੋਲ ਕੋਈ ਵੀ ਲੀਗਲ ਰਾਈਟ ਨਹੀਂ ਹੈਗਾ ਕਿ ਉਸ ਬੱਚੇ ਨੂੰ ਧੱਕੇ ਨਾਲ ਆਪਾਂ ਰੱਖ ਸਕਾਂਗੇ। ਉਸ ਬਹੁਤ ਦੁਨੀਆ ਮੈਂ ਦੇਖੀ ਹੈ ਜਿਹੜੀ ਇਲੀਗਲੀ ਵੇ ਦੇ ਨਾਲ ਬੱਚਾ ਅਡਾਪਟ ਕਰ ਲੈਂਦੇ ਆ। ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਪਰਿਵਾਰਾਂ ਦੇ ਵਿੱਚ ਜਦੋਂ ਸਾਲ 2 ਸਾਲ ਬੱਚਾ ਰਹਿ ਕੇ ਕਿਸੇ ਪਰਿਵਾਰ 'ਚ ਵਾਪਿਸ ਲੈਂਦਾ ਕੋਈ ਤਾਂ ਦੁੱਖ ਰੂਪ ਹੋ ਜਾਂਦਾ। ਉਹ ਦੇਖੋ ਜੀ ਬੜੀ ਵੈਸੇ ਤਾਂ ਗਲਤ ਗੱਲ ਹੈ, ਪਰ ਲੀਗਲੀ ਵੇ ਨਾਲ ਤੁਸੀਂ ਗਵਰਨਮੈਂਟ ਵੈਬਸਾਈਟਸ ਦੇ ਉੱਤੇ ਜਾ ਕੇ ਬੱਚਾ ਅਡਾਪਟ ਕਰ ਸਕਦੇ ਹੋ। ਮੈਂ ਇਸ ਵੀਡੀਓ ਦੇ ਉੱਪਰ ਉਹ ਵੈਬਸਾਈਟ ਬਾਰੇ ਵੀ ਦੱਸਿਆ ਪਹਿਲਾਂ ਵੀ, ਹੁਣ ਵੀ ਦੱਸ ਦਿੰਦਾ। ਤੇ ਦੂਜੀ ਗੱਲ, ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਜਿੱਥੇ ਤੁਸੀਂ ਕਨਵੈਂਟ ਸਕੂਲਾਂ ਦੇ ਵਿੱਚ ਇੰਨੀ ਪੜ੍ਹਾਈ ਕਰਾ ਰਹੇ ਹੋ, ਉਹਨਾਂ ਨੂੰ ਇਹ ਵੀ ਪਰਵਰਿਸ਼ ਦਿਓ ਕਿ ਜਿੱਦਾਂ ਜਿਹੜੇ ਆਸ਼ਰਮ, ਵੈਸੇ ਤਾਂ ਚਲੋ ਪੰਜਾਬ 'ਚ ਜਿਹੜੇ ਆਸ਼ਰਮ ਦਿਨ ਬਰ ਦਿਨ ਵੱਧ ਰਹੇ ਨੇ, ਕਿਉਂਕਿ ਇਹਦੇ ਇੱਥੋਂ ਪਤਾ ਲੱਗਦਾ ਸਾਡੇ ਪੰਜਾਬ ਦੇ ਹਾਲਾਤਾਂ ਦਾ, ਕਿਉਂਕਿ ਸਾਡੇ ਕੋਲ ਵੀ ਰੋਜ਼ ਇੰਨੇ ਕੇਸ ਆ ਰਹੇ ਨੇ। ਹੁਣ ਸਾਡੇ ਕੋਲ ਦੀਦੀ ਮਾਵਾਂ ਘਰ ਛੱਡ ਕੇ ਆਪਣੇ ਆ ਜਾਂਦੀਆਂ ਕਿ ਸਾਡੀ ਨੂੰਹ ਸਾਨੂੰ ਕੁੱਟਦੀ ਹੈ, ਮੁੰਡਾ ਸਾਨੂੰ ਪੁੱਛਦਾ ਨਹੀਂ, ਸਾਨੂੰ ਰੱਖੋ। ਸਾਡੇ ਕੋਲ ਰੋਜ਼ 3-4 ਮਾਵਾਂ ਪੰਜਾਬ 'ਚ ਉੱਥੇ ਸਾਡੇ ਕੋਲ ਆਈਆਂ ਹੋਈਆਂ। ਤੇ ਉਹ ਤਾਂ ਚਲੋ ਸੰਸਕਾਰ ਨੇ, ਹੁਣ ਅਸੀਂ ਇਹਦੇ ਬਾਰੇ ਤਾਂ ਕੀ ਲੋਕਾਂ ਨੂੰ ਗਿਆਨ ਦੇਵਾਂਗੇ। ਜਿਹੜੇ ਗੁਰੂ ਸਾਹਿਬ ਦੀ ਨਹੀਂ ਗੱਲ ਸਮਝ ਸਕੇ ਉਹ ਸਾਡੀ ਕੀ ਸਮਝਣਗੇ, ਕਿ ਮਾਂ-ਬਾਪ ਹੀ ਸਭ ਤੋਂ ਵੱਡੀ ਚੀਜ਼ ਹੈ। ਮਾਂ-ਬਾਪ ਇੱਕ ਐਸਾ ਗਹਿਣਾ ਹੈ ਜਿਹੜਾ ਖੋਣ ਤੋਂ ਬਾਅਦ ਹੀ ਅਹਿਸਾਸ ਹੁੰਦਾ ਬੰਦੇ ਨੂੰ ਕਿ ਹਾਂ ਵੀ ਉਹ ਚੀਜ਼ ਹੈ ਨਹੀਂ। ਤੇ ਬਾਕੀ ਜਿਹੜਾ ਬੱਚੇ ਦਾ ਲੀਗਲੀ ਅਡਾਪਟ ਕਰਨ ਦਾ ਪ੍ਰੋਸੈਸ ਹੈਗਾ, ਉਹਦੀ ਮੈਂ ਵੈਬਸਾਈਟ ਇਸ ਵੀਡੀਓ ਦੇ ਉੱਪਰ ਪਾ ਦੂੰਗਾ। ਤੁਸੀਂ ਉਹ ਵੀ ਜਿਹੜੀ ਵੈਬਸਾਈਟ ਤੇ ਜਾ ਕੇ ਸਰਕਾਰ ਦੇ ਥਰੂ, ਇੰਡੀਅਨ ਗਵਰਨਮੈਂਟ ਦੇ ਥਰੂ ਲੀਗਲੀ ਬੱਚਾ ਅਡਾਪਟ ਕਰ ਸਕਦੇ ਹੋ, ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ।
ਤੇ ਬਾਕੀ ਜਿਹੜੀ ਇਹ ਬੱਚੀ ਬਾਰੇ ਤੁਸੀਂ ਹਾਲ ਚਾਲ ਸਾਰਾ ਪੁੱਛਦੇ ਸੀਗੇ ਕਿ ਕੰਡੀਸ਼ਨ ਥੋੜੀ ਜਿਹੀ ਇਹਦੀ ਕ੍ਰਿਟੀਕਲੀ ਚੱਲ ਰਹੀ ਹੈ, ਸਿਰ ਦੇ ਵਿੱਚ ਪਾਣੀ ਹੈ ਜਿਹੜਾ, ਪਿੱਠ ਤੇ ਰਸੌਲੀ ਹੈ, ਪਰ ਫਿਰ ਵੀ ਕਹਿ ਲਓ ਕਿ ਜਿੰਨਾ ਕੁ ਦਾਣਾ ਪਾਣੀ ਗੁਰਸਾਹਿਬ ਨੇ ਪ੍ਰਮਾਤਮਾ ਨੇ, ਦੇਖੋ ਕਿੰਨੀ ਪਿਆਰੀ ਬੱਚੀ ਹੈ, ਦਿਖਾਇਓ ਵੀਰੇ ਕਿੰਨੀ ਪਿਆਰੀ ਬੱਚੀ ਹੈ, ਤੁਸੀਂ ਦੇਖੋ ਜਿੰਨਾ ਕੁ ਗੁਰਸਾਹਿਬ ਨੇ ਇਹਦੇ ਸਵਾਸ ਲਿਖੇ ਨੇ ਜਾਂ ਜਿੰਨਾ ਕੁ ਦਾਣਾ ਪਾਣੀ ਲਿਖਿਆ ਉਹ ਤਾਂ ਹਰ ਇਨਸਾਨ ਦੁਨੀਆ 'ਚ ਪੂਰਾ ਕਰਕੇ ਹੀ ਜਾਏਗਾ। ਪਰ ਫਿਰ ਵੀ ਤੁਸੀਂ ਵੀ ਆਪਣੇ ਘਰੇ ਬੈਠੇ ਜਵਾਕਾਂ ਨੂੰ, ਆਪਣੇ ਬੱਚਿਆਂ ਨੂੰ ਜਿੱਥੇ ਆਈਫੋਨ ਲੈ ਕੇ ਦਿੰਦੇ ਹੋ, ਆਈਪੈਡਸ ਲੈ ਕੇ ਦਿੰਦੇ ਹੋ, ਵੱਡੇ ਵੱਡੇ ਹੈ ਨਾ, ਦੁਨੀਆ ਦੀ ਹਰ ਸ਼ੈ ਲੈ ਕੇ ਦਿੰਦੇ ਹੋ, ਉਹਨਾਂ ਨੂੰ ਵੀ ਸੰਸਕਾਰ ਦਿਓ ਇੱਦਾਂ ਦੇ ਕਿ ਉਹ ਦੁਨੀਆ ਦੇਖਣ, ਹੈ ਨਾ। ਪੰਜਾਬ ਦੇ ਆਸ਼ਰਮਸ ਦੇ ਵਿੱਚ ਉਹਨਾਂ ਦੀ ਵਿਜ਼ਿਟ ਕਰਾਓ, ਹਸਪੀਟਲ 'ਚ ਜਿਹੜੇ ਲੋਕ ਆਪਣੇ ਬੱਚਿਆਂ ਦਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਦੀ ਵਿਜ਼ਿਟ ਕਰਾਓ। ਬਾਕੀ ਫਿਰ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਜਵਾਬ ਹੈਗਾ ਕਿਸੇ ਚੀਜ਼ ਨੂੰ ਵੀ ਲੈ ਕੇ, ਤੁਸੀਂ ਕਮੈਂਟ ਕਰ ਸਕਦੇ ਹੋ ਤੇ ਮੈਂ ਦੀਦੀ ਨਾਲ ਡਿਸਕਸ ਕਰਕੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫਿਰ ਬਹੁਤ ਥਾਵਾਂ ਤੇ ਵੀਰ ਜੀ ਜਿੱਥੇ ਦਵਾਈਆਂ ਕੰਮ ਨਹੀਂ ਕਰਦੀਆਂ, ਡਾਕਟਰਾਂ ਦੇ ਹੱਥ ਖੜੇ ਹੋ ਜਾਂਦੇ ਆ, ਉੱਥੇ ਸਾਡੀਆਂ ਦੁਆਵਾਂ ਕੰਮ ਕਰਦੀਆਂ ਨੇ। ਕੀ ਬਾਤ ਹੈ। ਆਪਾਂ ਵੀ ਸਾਰੇ ਰਲ ਕੇ ਇਬਾ ਦੇ ਲਈ ਦੁਆਵਾਂ ਕਰੀਏ ਤਾਂ ਕਿ ਇਹਨੂੰ ਜਿੰਨੀ ਵੀ ਜ਼ਿੰਦਗੀ ਵਾਹਿਗੁਰੂ ਨੇ ਬਖਸ਼ੀ ਆ ਉਹਨੂੰ ਇਹ ਸਹੀ ਤਰੀਕੇ ਉਹਦੇ 'ਚ ਅੱਗੇ ਜਾਵੇ ਜੀ। ਬਹੁਤ ਵੱਡੀ ਤੇ ਡੂੰਘੀ ਗੱਲ ਕਹੀ ਹੈ ਦੀਦੀ ਨੇ ਕਿ ਜਿੱਥੇ ਪੈਸਾ ਨਹੀਂ ਕੰਮ ਕਰਦਾ ਉੱਥੇ ਵਾਕਈ ਦੁਆ ਕੰਮ ਕਰਦੀ ਹੈ। ਤੇ ਤੁਸੀਂ ਸਾਰੇ ਗੁਰਸਾਹਿਬ ਅੱਗੇ ਦੁਆ ਕਰੋ, ਪ੍ਰਮਾਤਮਾ ਅੱਗੇ ਅਰਦਾਸ ਕਰਿਓ ਕਿ ਇਹ ਬੱਚੀ ਹੈ ਜਿਹੜੀ ਉਹ ਠੀਕ ਹੋ ਕੇ ਪੂਰੀ ਹੱਸਦੀ ਖੇਡਦੀ ਜਿਹੜੀ ਜ਼ਿੰਦਗੀ ਆਪਣੀ ਬਤੀਤ ਕਰੇ। ਤੇ ਸਿਰ ਕਾਫੀ ਇਹਦਾ ਸੌਫਟ ਹੈ ਕਿਉਂਕਿ ਸਿਰ ਦੇ ਵਿੱਚ ਪਾਣੀ ਭਰਿਆ ਹੋਇਆ, ਪਰ ਕੇਅਰ ਦੇ ਵਿੱਚ ਕਹਿ ਲਓ ਕਿ ਇਲਾਜ ਦੇ ਵਿੱਚ ਤਾਂ ਉਹੀ ਗੱਲ ਦੀਦੀ ਦੀ ਕਿ ਪੈਸੇ ਵੱਲੋਂ ਤਾਂ ਕੋਈ ਵੀ ਨਹੀਂ ਕਮੀ ਆਣ ਦੇਗਾ, ਕਿਉਂਕਿ ਸਾਨੂੰ ਬਹੁਤ ਦੀਦੀ ਫੋਨ ਕਾਲਸ ਆਏ ਕਿ ਅਸੀਂ ਸਾਰਾ ਇਲਾਜ ਕਰਾਵਾਂਗੇ, ਇਹਦਾ 5 ਲੱਖ ਲੱਗੂਗਾ, ਅਸੀਂ ਲਾਵਾਂਗੇ। ਪਰ ਉਹੀ ਗੱਲ ਆ ਗਈ ਦੀਦੀ ਦੀ ਕਿ ਹਰ ਜਗ੍ਹਾ ਪੈਸਾ ਮੈਟਰ ਨਹੀਂ ਕਰਦਾ, ਪੈਸਾ ਨਹੀਂ ਜਿਹੜਾ ਕਈ ਵਾਰ ਬੰਦੇ ਦੀ ਜਾਨ ਬਚਾ ਸਕਦਾ। ਦੇਖੋ ਆਪਣੀ ਗੱਲ ਸੁਣ ਕੇ ਹੱਸ ਰਹੀ ਹੈ ਵੀਰੇ, ਇਹਨੂੰ ਸਮਝ ਆਉਂਦੀ ਆ ਕਿ ਮੇਰੇ ਲਈ ਕੀ ਹੋ ਰਿਹਾ। ਇਹ ਤਾਂ ਹੈ ਈਬਾ, ਓਏ ਈਬਾ 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 ਸਮਾਈਲ ਪਾਸ ਕਰਕੇ ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ ਦੀਦੀ ਕੋਲੋਂ ਕਿ ਸਰਕਾਰੀ ਪ੍ਰੋਸੈਸ ਦੇ ਥਰੂ ਵੀ ਹੱਸ ਪਈ। ਹਾਂ ਈਬਾ, ਓਏ ਈਬਾ। ਆਪਾਂ ਨੂੰ ਲੱਗਦਾ ਕਿ ਇਹਨੂੰ ਸਮਝ ਨਹੀਂ ਆਉਂਦੀ ਵੀਰੇ, ਇਹਨੂੰ ਸਾਰੀ ਸਮਝ ਆ ਬੱਚੇ ਨੂੰ। ਈਬਾ, ਓਏ ਈਬਾ ਈਬਾ। ਪਰਮਾਤਮਾ ਦੀ ਰੂਹ ਹੈ ਜੀ। ਸਾਨੂੰ ਬਹੁਤ ਫੋਨ ਕਾਲਸ ਆਏ ਨੇ ਜੀ ਇਸ ਬੱਚੀ ਲਈ। ਸ਼ਾਇਦ ਜੇ ਮੈਂ ਬਹੁਤੀ ਗੱਲ ਨਾ ਕਰਾਂ ਤਾਂ ਘੱਟੋ ਘੱਟ 50-60 ਲੱਖ ਰੁਪਏ ਦੇ ਡੋਨੇਸ਼ਨ ਲਈ ਲੋਕ ਇਹਦੇ ਲਈ ਫੋਨ ਕਰ ਰਹੇ ਸੀਗੇ ਕਿ 5 ਲੱਖ ਅਸੀਂ ਦੇ ਦਾਂਗੇ, ਲੱਖ ਅਸੀਂ ਦੇ ਦਾਂਗੇ। ਹੱਸ ਰਹੀ ਹੈ ਪੂਰੀ। ਪਰ ਕਹਿ ਲਓ ਕਿ ਗੁਰਸਾਹਿਬ ਕਿਰਪਾ ਕਰਨ, ਇਹ ਬੱਚੀ ਨੂੰ ਫਿਲਹਾਲ ਅਜੇ ਟ੍ਰੀਟਮੈਂਟ ਦੇ ਕੋਈ ਆਪਰੇਸ਼ਨ ਦੇ ਪੈਸਿਆਂ ਦੀ ਲੋੜ ਨਹੀਂ ਹੈਗੀ, ਤੇ ਜੇ ਪਈ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਤੁਹਾਡੀ ਸੇਵਾ ਦੇ ਨਾਲ ਹੀ ਇਹ ਬੱਚੀ ਦਾ ਇਲਾਜ ਅੱਗੇ ਕਰਾਵਾਂਗੇ। ਪਰ ਫਿਲਹਾਲ ਜਿਹੜਾ ਟ੍ਰੀਟਮੈਂਟ ਆ ਉਹ ਇਹ ਦੀਦੀ ਹੁਣੀ ਕਰਾ ਰਹੇ ਨੇ, ਪਰ ਉਹਦੇ 'ਚ ਬਹੁਤਾ ਖਰਚਾ ਨਹੀਂ ਆ ਰਿਹਾ, ਹਜੇ ਮੇਜਰ ਕੋਈ ਆਪਰੇਸ਼ਨ ਨਹੀਂ ਦੱਸਿਆ ਡਾਕਟਰ ਨੇ। ਤੇ ਇਹ ਗੱਲ ਸੁਣ ਕੇ ਮੈਨੂੰ ਬੜੀ ਹੈਰਾਨਗੀ ਹੋਈ ਦੀਦੀ ਦੀ ਕਿ ਇੱਕ ਬੇਟੀ ਅਡਾਪਟ ਕਰਨ ਨੂੰ ਲੋਕਾਂ ਕੋਲ 3-3 ਸਾਲ ਦੀ ਵੇਟਿੰਗ ਲੱਗੀ ਹੋਈ ਹੈ, ਪੌਣੇ 3 ਸਾਲ ਦੀ। ਤੇ ਮੇਰੇ ਮਤਲਬ ਰੂਹ ਕੰਢੇ ਖੜੇ ਹੋ ਗਏ ਕਿ ਕਿੰਨੇ ਸਮਾਜ 'ਚ ਐਸੇ ਲੋਕ ਨੇ ਜਿਹੜੇ ਬੇਟੀਆਂ ਨੂੰ ਦੁਦਕਾਰਦੇ ਨੇ, ਤੇ ਦੂਜੇ ਪਾਸੇ ਬੇਟੀਆਂ ਨੂੰ ਲੈਣ ਲਈ ਤੇ ਬੇਟੀਆਂ ਨੂੰ ਅਡਾਪਸ਼ਨ ਲਈ ਤੁਸੀਂ ਦੇਖੋ 3-3 ਸਾਲ ਦੀ ਵੇਟਿੰਗ ਹੈ। ਤੇ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰ ਸਕਦਾ ਕਿ ਮੇਰੀ ਬੇਨਤੀ ਕਰਨ ਤੇ ਨਾ ਜਾਓ, ਤੁਸੀਂ ਸਮਾਜ 'ਚ ਆਪ ਦੇਖੋ ਕਿ ਅੱਜ ਬੇਟੀਆਂ ਕਿਵੇਂ ਵੱਧ ਚੜ ਕੇ ਮੁੰਡਿਆਂ ਨਾਲੋਂ ਅੱਗੇ ਹੋ ਕੇ ਹਿੱਸਾ ਲੈ ਰਹੀਆਂ ਸਮਾਜ ਦੇ ਵਿੱਚ। ਹਰ ਫੀਲਡ ਦੇ ਵਿੱਚ ਜਿੱਥੇ ਮੁੰਡੇ ਦਾ ਨਾਮ ਆਉਂਦਾ ਉਸ ਤੋਂ ਵੱਧ ਚੜ ਕੇ ਕੁੜੀ ਦਾ ਆਉਂਦਾ। ਸਾਡੀ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਇੱਕ ਭੈਣ, ਕਹਿ ਲਓ ਕਿ ਭੈਣ ਜਿਹੜੀ ਉਹ ਕੈਪਟਨ ਬਣੀ ਆ, ਬੜੀ ਖੁਸ਼ੀ ਹੋਈ ਉਹ ਦੇਖ ਕੇ। ਪੰਜਾਬ ਦੀਆਂ ਭੈਣਾਂ ਜਿਹੜਾ ਨਾਮ ਰੋਸ਼ਨ ਕਰ ਰਹੀਆਂ, ਕਿਉਂਕਿ ਸਾਡੇ ਸਮਾਜ 'ਚ ਕੀ ਹੁੰਦਾ, ਇੱਥੇ ਆਪਣਾ ਜਿਹੜਾ ਹੱਕ ਹੈ ਨਾ ਉਹ ਭੀਖ ਮੰਗ ਕੇ ਨਹੀਂ ਮਿਲਣਾ। ਜਿੱਦਾਂ ਹੁਣ ਭੈਣਾਂ ਕਹਿੰਦੀਆਂ ਨੇ ਨਾ ਬੇਟੀ ਬਚਾਓ ਬੇਟੀ ਪੜ੍ਹਾਓ, ਉਹ ਸਮਾਜ ਨੂੰ ਭੀਖ ਮੰਗ ਕੇ ਨਹੀਂ ਆਉਣਾ, ਉਹ ਕੁੜੀਆਂ ਨੂੰ ਸਾਬਤ ਕਰਨਾ ਪੈਣਾ ਕਿ ਵਾਈ ਦੇ ਆਰ ਬੈਟਰ ਦੈਨ ਬॉयਜ਼ ਜੀ। ਕਿਉਂਕਿ ਸਾਡੇ ਦੀਦੀ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਸਮਾਜ ਦੇ ਵਿੱਚ ਕਿ ਬੇਟਾ ਵੱਡਾ ਹੁੰਦਾ ਹੈ, ਉਹ ਕਮਾ ਕੇ ਦਿੰਦਾ, ਰੋਟੀ ਖਵਾਉਂਦਾ ਹੈ, ਤੇ ਬੇਟੀ ਜਿਹੜੀ ਉਹ ਵਿਆਹ ਕੇ ਚੱਲ ਜਾਂਦੀ ਹੈ। ਪਰ ਅੱਜ ਬੇਟੀਆਂ ਵਿਆਹਣ ਤੋਂ ਬਾਅਦ ਵੀ ਆਪਣੇ ਮਾਪੇ ਨੂੰ ਖਰਚੇ ਦੇ ਰਹੀਆਂ ਕਿ ਅਸੀਂ ਵਿਆਹ ਕੇ ਦੂਜੇ ਘਰ ਵੀ ਚਲੀ ਜਾਵਾਂਗੀਆਂ, ਫਿਰ ਵੀ ਪਿੱਛੇ ਆਪਣੇ ਮਾਪੇ ਨੂੰ ਪਾਲਣਗੀਆਂ ਜੇ ਉਹਨਾਂ ਨੂੰ ਲੋੜ ਹੈਗੀ। ਕਈ ਵਾਰ ਕੋਈ ਬੇਟੀ ਦੇ ਘਰ ਦੇ ਨਹੀਂ ਫਾਈਨੈਂਸ਼ੀਅਲੀ ਸਟਰੋਂਗ ਹੁੰਦੇ, ਪਰ ਬੜਾ ਕੁਛ ਹੈ। ਮੈਂ ਤਾਂ ਰੋਜ਼ ਦੀਦੀ ਹਸਪੀਟਲ ਦੇਖਦਾ ਰਹਿਣਾ, ਪਰ ਆਹ ਬੱਚੀ ਨੂੰ ਦੇਖ ਕੇ ਬੜੀ ਰੂਹ ਖੁਸ਼ ਹੋ ਰਹੀ ਹੈ, ਪੂਰੀ ਸਮਾਈਲ ਕਰ ਰਹੀ ਹੈ, ਉਹ ਰਿਸਪੌਂਸ ਦਿੰਦੀ ਹੈ ਵੀਰੇ। ਫੀਡ ਨਹੀਂ ਆਪਣੀ 2 ਘੰਟੇ ਤੋਂ ਲੇਟ ਕਰਦੀ। ਅੱਛਾ ਜੀ। ਅਲਾਰਮ ਆਪੇ ਦਿੰਦੀ ਹੈ ਜਦੋਂ ਭੁੱਖ ਲੱਗ ਗਈ 2 ਘੰਟੇ ਬਾਅਦ ਪੂਰੀ। ਵੈਸੇ ਦੀਦੀ ਨੇ ਦੱਸਿਆ ਕਿ ਬਾਕੀ ਬੱਚਿਆਂ ਵਾਂਗ ਪੂਰੀ ਐਕਟਿਵ ਹੈ ਤੇ ਪੂਰੀ ਫੀਡ ਬਾਕੀ ਬੱਚਿਆਂ ਵਾਂਗ ਪੂਰੀ ਫੀਡ ਲੈ ਰਹੀ ਹੈ, ਕੋਈ ਘੱਟ ਨਹੀਂ। ਪਰ ਜਿੰਨੇ ਕੁ ਗੁਰਸਾਹਿਬ ਨੇ ਸਾਲ ਲਿਖੇ ਨੇ ਜਾਂ ਜਿੰਨੀ ਕੁ ਸੇਵਾ ਦੀਦੀ ਦੀ ਲਿਖੀ ਹੈ ਉਨੀ ਕੀ ਹੈ। ਬਾਕੀ ਦੇਖੋ ਪੂਰੇ ਆਨੰਦ 'ਚ ਸੁਣ ਰਹੀ ਸਾਡੀ ਕੱਲੀ ਕੱਲੀ ਗੱਲ। ਕੁਛ ਕਹਿਣਾ ਤਾਂ ਨਹੀਂ ਈਬਾ ਤੂੰ? ਈਬਾ ਕੁਛ ਕਹਿਣਾ ਚਾਹੋਗੇ? ਓਏ ਬੱਬਾ ਈਬਾ ਵੀਰ ਜੀ ਕਹਿੰਦੇ ਕੁਛ ਸੁਨੇਹਾ ਤਾਂ ਨਹੀਂ ਦੇਣਾ ਈਬਾ ਨੇ? ਈਬਾ ਕੁਛ ਕਹਿਣਾ ਤਾਂ ਨਹੀਂ? ਬੱਬਾ ਈਬਾ ਨੇ ਕੁਛ ਨਹੀਂ ਕਹਿਣਾ। ਈਬਾ ਬਸ ਆਨੰਦ 'ਚ ਹੈ ਪੂਰੇ। ਈਬਾ ਕੁਛ ਕਹਿ ਲੋ ਕਰਾ ਲੋ ਗੱਲਾਂ। ਓਏ ਈਬਾ ਕੁਛ ਕਹਿ ਦੇ। ਨਹੀਂ ਕੁਛ ਕਹਿ ਲੋ ਜੀ। ਆਏ ਹਾਏ ਨਿੰਨੂ ਈਬਾ ਨੇ ਕੁਛ ਨਹੀਂ ਕਹਿਣਾ। ਈਬਾ ਓਏ ਈਬਾ ਕੁਛ ਕਹਿਣਾ?
ਨਹੀਂ ਈਬਾ ਨੇ ਕੁਝ ਨਹੀਂ ਕਹਿਣਾ ਤੇ ਤੁਸੀਂ ਜ਼ਰੂਰ ਗੁਰਸਾਹਿਬ ਅੱਗੇ ਅਰਦਾਸ ਕਰਿਓ ਕਿ ਇਹ ਬੱਚੀ ਠੀਕ ਹੋ ਜਾਵੇ। ਤੇ ਬਸ ਜੀ ਸਾਡੀ ਵੀਡੀਓ ਦੀ ਹੋਰ ਕੋਈ ਗੱਲ ਜ਼ਰੂਰੀ ਸ਼ੇਅਰ ਤਾਂ ਨਹੀਂ ਕਰਨੀ? ਬਸ ਜੀ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਬੱਚਿਆਂ ਦੀਆਂ, ਤੇ ਕੋਸ਼ਿਸ਼ ਕਰਨ ਮਾਪੇ ਕਿ ਜੇ ਹੋ ਸਕਦਾ ਤਾਂ ਬੱਚਿਆਂ ਨੂੰ ਇੱਕ ਦੁਨਿਆਵੀ ਪੱਖ ਹੋਆ, ਜਿਹੜੇ ਬੱਚੇ ਸੁਸਾਇਟੀ ਦੇ ਵਿੱਚ ਰਹਿ ਕੇ ਦੇਖ ਰਹੇ ਨੇ, ਪਰਿਵਾਰਾਂ ਦੇ ਵਿੱਚ ਰਹਿ ਕੇ ਦੇਖਦੇ ਆ, ਪਰ ਉਹਦੇ ਉਲਟ ਇੱਕ ਦੁਨੀਆ ਦਾ ਪੱਖ ਉਹ ਵੀ ਆ ਜਿੱਥੇ ਇਹ ਸੰਸਥਾਵਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪੀੜਤ ਬੱਚੇ ਆਏ ਹੋਏ ਨੇ, ਜਿਨ੍ਹਾਂ ਦੀ ਬੈਕਗ੍ਰਾਉਂਡ ਕਿਸੇ ਦੇ ਪੇਰੈਂਟਸ ਨਹੀਂ ਹੈਗੇ, ਕਿਸੇ ਦੇ ਪੇਰੈਂਟਸ ਨੇ ਹੁੰਦੇ ਹੋਏ ਸੁੱਟਤੇ ਛੱਡਤੇ, ਇਹ ਵੀ ਬੱਚਿਆਂ ਨੂੰ ਦਿਖਾਉਣੇ ਬਣਦੇ ਆ ਤਾਂ ਕਿ ਸਾਡੇ ਬੱਚੇ ਆਪਣਾ ਆਉਣ ਵਾਲਾ ਭਵਿੱਖ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਹੋ ਸਕੇ। ਦੀਦੀ ਕਿੱਦਾਂ ਦੇ ਕੇਸ ਤੁਹਾਡੇ ਕੋਲ ਆਉਂਦੇ ਨੇ? ਮਤਲਬ ਮੈਂ ਤਾਂ ਜਿਹੜੀਆਂ ਤੁਹਾਡੇ ਕੋਲ ਸਟੋਰੀਆਂ ਸੁਣਦਾ ਮੇਰੇ ਤਾਂ ਰੂਹ ਕੰਡੇ ਖੜੇ ਹੋ ਜਾਂਦੇ ਆ ਕਿ ਮਤਲਬ ਐਸਾ ਸਮਾਜ ਐਸਾ ਕਿਹੜਾ ਕੇਸ ਆਉਂਦਾ ਤੁਹਾਡੇ ਕੋਲ ਕਿ ਜਿਹੜੇ ਇਹਨੇ ਮਤਲਬ ਤਸ਼ੱਦਦ ਹੋਈ ਹੁੰਦੀ ਬੱਚੇ? ਤਸ਼ੱਦਦ ਆਪਣੇ ਕੋਲ ਅੰਦਰ ਹੀ ਇੱਕ ਬੇਟੀ ਹੈ, ਸ਼ਾਇਦ ਮੈਂ ਤੁਹਾਨੂੰ ਦਿਖਾਈ ਵੀ ਸੀ, ਉਹਦੇ ਫਾਦਰ ਡਰੰਕਰ ਸੀ। ਮੈਂ ਮਿਲਿਆ, ਹਾਂਜੀ ਦੱਸਿਓ। ਉਹ ਜਦੋਂ ਉਹਨਾਂ ਨੇ ਡਰਿੰਕ ਕਰਨੀ ਹੁੰਦੀ ਸੀ ਤਾਂ ਉਹ ਬੇਟੀ ਨੂੰ ਕਹਿੰਦੇ ਸੀ ਕਿ ਪੈਗ ਬਣਾ, ਮਾਂ ਉਹਦੀ ਹੈ ਨਹੀਂ ਸੀ, ਫਿਰ ਉਹਨੂੰ ਕਹਿੰਦੇ ਸੀ ਇਹਦੇ ਵਿੱਚ ਜੋ ਵੀ ਉਹ ਸੈਲਡ ਜਾਂ ਕੁਝ ਜੋ ਉਹਨਾਂ ਨੂੰ ਚਾਹੀਦਾ ਹੁੰਦਾ, ਮੈਨੂੰ ਵੀ ਨਹੀਂ ਉਹਦੇ ਬਾਰੇ ਪਤਾ, ਕਿ ਹੁਣ ਪਲੇਟ ਚੋ ਲਿਆ। ਜਦੋਂ 8-9 ਸਾਲ ਦੀ, ਤੁਹਾਡਾ ਭਲਾ। ਅੱਛਾ, ਤੇ ਫਿਰ ਉਹਦੇ ਤੋਂ ਬਾਅਦ ਚੱਲ ਹੁਣ ਰੋਟੀ ਪਾ ਕੇ ਲੈ ਆ, ਰੋਟੀ ਵੀ ਮੰਗਣੀ ਆ ਕਿਸੇ ਦੇ, ਉਹਨੇ ਜੇ ਉਹ ਰੋਟੀ ਨਹੀਂ ਸੀ ਲੈ ਕੇ ਆਉਂਦੀ ਟਾਈਮ ਤੇ ਤਾਂ ਉਹਨੂੰ ਜੁੱਤੀਆਂ ਨਾਲ ਕੁੱਟਦੇ ਸੀ। ਮਤਲਬ ਉਹਦੇ ਸਿਰ ਦੇ ਵਿੱਚ ਐਦਾਂ ਦੇ ਜਦੋਂ ਦੇਖਦੇ ਆ ਇੰਜਰੀਜ਼ ਨੇ ਜਿਹੜੇ 8-8 9-9 ਟਾਂਕੇ ਲੱਗੇ ਹੋਏ ਨੇ ਥਾਂ ਤੇ। ਇੱਕ ਹੋਰ ਬੇਟੀ ਹੈ ਏਦਾਂ ਹੀ ਪੁੱਚਰਾ, ਪੂਰੀ ਇੰਟੈਲੀਜੈਂਟ ਆ, ਪੁੱਜ ਕੇ ਉਹਦੇ ਫਾਦਰ ਨੇ ਗਲੇ 'ਚ ਫੰਦਾ ਪਾ ਕੇ ਉਹਨੂੰ ਲਟਕਾਤਾ ਜਦੋਂ ਉਹਨੇ ਕੋਈ ਗੱਲ ਨਹੀਂ ਸੁਣੀ, ਮਦਰ ਉਹਦੇ ਕੋਲ ਵੀ ਨਹੀਂ ਸੀ। ਤਾਂ ਹੁਣ ਇਹ ਆਪਾਂ ਹੋਣੀਆਂ ਕਹਿ ਸਕਦੇ ਹਾਂ, ਹੋਣੀਆਂ ਤਾਂ ਹੈ ਨਹੀਂ ਗਿਆ, ਬਿਲਕੁਲ ਨਹੀਂ ਹੋਣੀ, ਕਿਉਂਕਿ ਗਰੀਬੀ ਅਲੱਗ ਗੱਲ ਆ ਕਿ ਗਰੀਬੀ ਆ ਕਿਸੇ ਪਰਿਵਾਰ ਤੇ ਜਾਂ ਕੋਈ ਦੁੱਖ ਤਕਲੀਫ ਆ ਗਈ, ਪਰ ਇਹ ਤਾਂ ਕਰੋਪੀ ਕਹਿ ਲਓ, ਕੁਛ ਵੀ ਕਹਿ ਲਓ, ਤੇ ਦੁਨੀਆ ਦਾ ਹੀ ਬਹੁਤ। ਮੈਂ ਖੁਦ ਜਦੋਂ ਦੀਦੀ ਕੋਲ ਕੇਸ ਸੁਣਦਾ ਮੇਰੇ ਖੁਦ ਦੇ ਰੌਂਗਟੇ ਖੜੇ ਹੋ ਜਾਂਦੇ। ਇੱਕ ਜਿਹੜੀ ਤੈਨੂੰ ਚਾਂਦਨੀ ਬੱਚੀ ਦਾ ਵੀ ਪਤਾ ਹੋਣਾ, ਚਾਂਦਨੀ ਦੇ ਨਾਲ ਛੋਟੀਆਂ 2 ਭੈਣਾਂ, ਇੱਕ ਭਰਾ ਸੀ ਉਹਦਾ, ਇੱਕ ਭੈਣ ਸੀ, ਉਹ ਵੀ ਤਿੰਨੋਂ ਬੱਚੇ ਇੱਥੇ ਹੀ ਨੇ, ਜਿਹਦੀ ਮਦਰ ਦੀ ਸਾਡੇ ਕਹਿ ਲਓ ਕਿ ਅੱਖਾਂ ਦੇ ਮੋਹਰੇ ਡੈਥ ਹੋਈ ਸੀ। ਉਹ ਵੀ ਕੇਸ ਦੀਦੀ ਸਾਡੇ ਕੋਲ ਆਇਆ ਸੀ। ਮੈਂ ਆਡੀਅנס ਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਸਿਵਲ ਹਸਪੀਟਲ ਤੋਂ ਕਾਲ ਆਈ ਸਾਨੂੰ ਕਿ 3 ਬੱਚੀਆਂ, 2 ਕੁੜੀਆਂ 1 ਬੇਟਾ, ਤੇ ਉਹ ਹਸਪੀਟਲ 'ਚ ਆਏ ਨੇ ਆਪਣੀ ਮਦਰ ਨੂੰ ਲੈ ਕੇ, ਤੇ ਮਦਰ ਸੀਰੀਅਸ ਹੈ। ਅਸੀਂ ਉਹਨਾਂ ਨੂੰ ਫਟਾਫਟ ਪ੍ਰਾਈਵੇਟ ਹਸਪੀਟਲ ਐਡਮਿਟ ਕਰਾਇਆ ਤੇ 2 ਦਿਨ ਇਲਾਜ ਕਰਾਉਣ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ, ਤੇ ਪਿੱਛੇ ਰਹਿ ਗਏ 3 ਬੱਚੇ। ਤੇ ਉਹ ਤਿੰਨੋਂ ਬੱਚਿਆਂ ਨੂੰ ਅਸੀਂ ਕਿੱਥੇ ਜ਼ਿੰਮੇਵਾਰੀ ਦਿੰਦੇ, ਕਿਉਂਕਿ ਮਾਂ ਤਾਂ ਕਿਸੇ ਨੇ ਬਣ ਨਹੀਂ ਦੇਣਾ ਸੀ। ਪਰ ਇੱਕ ਜਿਹੜੇ ਦੀਦੀ ਜਸਵੀਰ ਜੀ ਨੇ, ਇਹ ਹਜ਼ਾਰਾਂ ਬੱਚਿਆਂ ਦੇ ਹੁਣ ਤੱਕ ਮਾਂ ਇੱਥੋਂ ਕਹਿ ਲਓ ਕਿ ਜਿਨ੍ਹਾਂ ਨੂੰ ਲੋਕ ਦੀਦੀ ਨੇ ਦੱਸੇ ਕਿ ਜੁਦਕਾਰ ਦਿੰਦੇ ਨੇ, ਉਹਨਾਂ ਦੇ ਮਾਂ-ਬਾਪ ਦੋਨੋਂ, ਮਾਂ ਤੇ ਪਿਓ ਇਹ ਦੀਦੀ ਨੇ। ਤੇ ਬੜੇ ਬੱਚਿਆਂ ਨੂੰ ਅਸੀਂ ਪਰਸਨਲੀ ਇੱਥੇ ਕਹਿ ਲਓ ਕਿ ਦੇਖਿਆ। ਉਹਨਾਂ ਦੇ ਵਿੱਚੋਂ ਵੀਰੇ ਜਿਹੜਾ ਬੇਟਾ ਮੁੰਨਾ, ਜਿਹਦੀ ਉਮਰ 5-6 ਸਾਲ ਸੀ, ਮੈਨੂੰ ਲੱਗਦਾ ਕਿ 1 ਜੂਨ ਤੋਂ ਲੈ ਕੇ ਅੱਜ ਤੱਕ 20 ਲੋਕਾਂ ਨੂੰ ਉਹਦੀ ਸਟੋਰੀ ਸੁਣਾ ਚੁੱਕੀ ਆ। ਉਹ ਇੰਨਾ ਇੰਟੈਲੀਜੈਂਟ ਤੇ ਸੁਲਝਿਆ ਹੋਇਆ ਬੱਚਾ, ਜਿਹੜੇ ਆਪਾਂ ਬਹੁਤ ਮਹਿੰਗੇ ਘਰਾਂ ਦੇ ਵਿੱਚ ਮਹਿੰਗੇ ਖਰਚ ਕਰਕੇ ਬੱਚਿਆਂ ਨੂੰ ਪਰਵਰਿਸ਼ ਦਿੰਨੇ ਆ, ਉੱਥੇ ਉਹ ਗੁਣ ਨਹੀਂ ਆਉਂਦੇ ਬੱਚਿਆਂ 'ਚ ਜਿਹੜੇ ਉਸ ਬੇਟੇ 'ਚ ਆ। ਮੈਂ ਕੁਲਦੀਪ ਵੀਰ ਜੀ ਨੂੰ ਵਾਰ-ਵਾਰ ਕਹਿੰਦੇ, ਮੈਂ ਕੁਲਦੀਪ ਵੀਰ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਇੰਨਾ ਸਿੱਖ ਕੇ ਕਿੱਥੋਂ ਆਇਆ, ਕਿਵੇਂ ਬੈਠਣਾ, ਕਿਵੇਂ ਖੜਨਾ, ਕਿਵੇਂ ਕਿਸੇ ਨੂੰ ਜੀ ਕਹਿ ਕੇ ਬੁਲਾਉਣਾ। ਵੀਰੇ ਉਹ ਸੰਸਕਾਰ ਉਹਦੇ 'ਚ ਅੰਦਰੋਂ ਹੀ, ਜਦੋਂ ਕਿ ਜਿਹੜੇ ਕਮਰੇ 'ਚ ਆਪਾਂ ਉਸ ਦਿਨ ਲੈ ਕੇ ਆਏ ਆ, ਉੱਥੇ ਰਹਿ ਕੇ ਬੱਚਾ ਇੰਨਾ ਸਿੱਖ ਜੂ, ਸਮਝ ਤੋਂ ਬਾਹਰ ਆ। ਮਤਲਬ ਵਾਹਿਗੁਰੂ ਦੀ ਕੋਈ ਵਿਸ਼ੇਸ਼ ਕਿਰਪਾ ਕਹਿ ਲਈਏ, ਤਾਈਓ ਉਹਨਾਂ ਨੂੰ ਉੱਥੋਂ ਕੱਢ ਕੇ ਕੋਈ ਜਰੀਆ ਬਣਿਆ। ਉਹ ਇੱਥੇ ਉਹਦੀ ਰਾਈਟਿੰਗ ਜਦੋਂ ਉਹਨੂੰ ਪੜਾਉਣ ਬੈਠਦੀ ਆ ਵੀਰੇ, ਇੱਕ ਵਾਰ ਤੋਂ ਦੂਜੀ ਵਾਰੀ ਕਹਾਉਂਦਾ ਨਹੀਂ। ਕੀ ਬਾਤ ਹੈ। ਕਿ ਅਜੇ ਜਿਹੜੇ ਸਾਡੇ ਹੱਥੀਂ ਜੰਮਦੇ, ਮੈਂ ਵੀ ਪਾਲੇ ਹੋਏ ਨੇ, ਉਹਨਾਂ ਤੇ ਮੈਨੂੰ ਮਿਹਨਤ ਕਰਨੀ ਪੈ ਰਹੀ ਹੈ, ਇਸ ਬੱਚੇ ਤੇ ਬਿਲਕੁਲ ਵੀ ਨਹੀਂ, ਬਸ ਲੱਗਿਆ ਹੀ ਹੋਇਆ। ਵਾਕਈ ਜਿਹੜੇ ਹਾਲਾਤਾਂ 'ਚੋਂ ਮੁੰਨਾ ਆਇਆ ਹੈ, ਤੇ ਜੇ ਆਪਾਂ ਯਾਦ ਕਰੀਏ ਤੇ ਆਪਾਂ ਗਏ ਸੀ ਜਦੋਂ ਲੈਣ, ਉਹ ਕਮਰਾ ਕਿੰਨਾ ਕੁ ਹੋਣਾ, ਉਹ ਮਤਲਬ ਸ਼ਾਇਦ ਲੋਕਾਂ ਦੇ ਘਰੇ ਰਸੋਈ, ਆਪਣੇ ਘਰ ਦੀ ਰਸੋਈ ਉਹ ਤੋਂ ਵੱਡੀ ਹੈ, ਬਾਹਰ ਘਰ ਦੀ ਰਸੋਈ ਵੀ ਵੱਡੀ ਹੈ ਉਹਦੇ ਤੋਂ। ਤੇ ਜਿਹੜੇ ਲੋਕਾਂ ਦੇ ਘਰ ਦੀਆਂ ਗੱਲਾਂ ਕਰੀਏ ਤਾਂ ਆਪਾਂ ਨੂੰ ਲੱਗਦਾ ਕਿ ਬਾਥਰੂਮ ਵੀ ਉਹਨਾਂ ਦੇ ਉਹਨੇ ਵੱਡੇ ਹੋਣੇ, ਜਿਨ੍ਹਾਂ ਦੇ ਵਿੱਚ ਉਹ 4 ਭਰਾ ਭੈਣ ਤੇ 1 ਮਾਂ-ਬਾਪ ਰਹਿੰਦੇ ਸੀ। ਔਰ ਉਹ ਬੱਚਿਆਂ ਦੀ ਪਰਵਰਿਸ਼ ਦੇਖੋ ਤੁਸੀਂ, ਦੀਦੀ ਦੱਸ ਰਹੇ, ਸਵੇਰ ਤੋਂ 4:30-5 ਵਜੇ ਇਸ਼ਨਾਨ ਕਰਕੇ ਯੋਗਾ ਕਰਨਾ, ਕੀ ਬਾਤ ਹੈ, ਪੜ੍ਹਾਈ ਟਾਈਮ ਤੇ ਕਰਨੀ, ਮਤਲਬ ਆਪਾਂ ਸ਼ਾਇਦ ਨਹੀਂ ਕੀਤਾ। ਨਹੀਂ, ਬਿਲਕੁਲ ਸਹੀ ਗੱਲ ਹੈ। ਉਹ ਹਾਲਾਤ ਨੇ ਦੀਦੀ, ਕਹਿੰਦੇ ਨੇ ਬੰਦੇ ਦੇ ਹਾਲਾਤ ਮਜਬੂਰ ਕਰਾਉਂਦੇ, ਹਾਲਾਤ ਸਭ ਕੁਝ ਕਰਾਉਂਦਾ, ਕਿਰਪਾ। ਤੇ ਪਰ ਫਿਰ ਵੀ ਮੈਂ ਬੜਾ ਥੈਂਕਫੁਲ ਹਾਂ ਦੀਦੀ ਦਾ ਕਿ ਦੀਦੀ ਇੰਨਾ ਕਰ ਰਹੇ ਨੇ, ਇੰਨਾ ਸਾਂਭ ਰਹੇ ਨੇ। ਅਸੀਂ ਮੇਨ ਅੱਜ ਈਬਾ ਦੇ ਦਰਸ਼ਨ ਕਰਨ ਆਏ ਸੀ, ਤੇ ਈਬਾ ਦੇ ਪਿੱਠ ਦੇ ਫੋੜੇ ਕਰਕੇ ਇਹਦੇ ਪੈਰ ਵੀ ਸ਼ੁਰੂ ਤੋਂ ਹੀ ਵੀਰੇ ਵਿੰਗੇ ਰਹੇ, ਕਿਉਂਕਿ ਸਪਲਾਈ ਨਹੀਂ ਨਾ ਗਈ ਇਹਦੀਆਂ ਲੱਤਾਂ ਨੂੰ, ਦੋਨੋਂ ਹੀ ਪੈਰ ਇਹਦੇ ਵਿੰਗੇ ਨੇ। ਅਰਦਾਸ ਕਰਿਓ ਜੀ ਪਰਮਾਤਮਾ ਅੱਗੇ, ਵਾਹਿਗੁਰੂ ਅੱਗੇ, ਆਪਣੇ ਪਰਮਾਤਮਾ ਨੂੰ ਯਾਦ ਕਰਕੇ ਜ਼ਰੂਰ ਅਰਦਾਸ ਕਰਿਓ ਕਿ ਇਹ ਬੱਚੀ ਜਿਹੜੀ ਠੀਕ ਹੋ ਕੇ ਅਸੀਂ ਹੱਸਦੀ ਖੇਡਦੀ ਤੁਹਾਡੇ ਮੂਹਰੇ ਲੈ ਕੇ ਆਈਏ। ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ। ਤੇ ਮੈਨੂੰ ਬਹੁਤ ਫੋਨ ਕਾਲਸ ਆ ਰਹੇ ਸੀ ਕਿ ਕਿਸ ਬੱਚੀ ਬਾਰੇ ਦੱਸੋ।
ਤੇ ਆ ਲਓ ਜੀ ਤੁਹਾਡੇ ਮੂਹਰੇ ਅਜੀਬ ਆ ਤੇ ਆ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇਤੀ ਹੈ ਕਿੱਥੇ ਆਏ ਕਿੱਥੇ ਨਹੀਂ, ਕਿਹੜੇ ਹਾਲਾਤਾਂ 'ਚ ਨੇ। ਤੇ ਬਹੁਤ ਲੋਕਾਂ ਦੇ ਫੋਨ ਆਏ ਸੀ ਅਡਾਪਟ ਕਰਨੀ ਹੈ। ਮੈਂ ਬਾਰ-ਬਾਰ ਵੀਡੀਓ ਦੇ ਰਾਹੀਂ ਦੱਸ ਰਿਹਾ ਕਿ ਅਡਾਪਸ਼ਨ ਇੱਦਾਂ ਨਹੀਂ ਅਲਾਉਡ ਸਰਕਾਰ ਵੱਲੋਂ। ਅਡਾਪਟ ਲੀਗਲੀ ਤਰੀਕੇ ਨਾਲ ਹੀ ਗਵਰਨਮੈਂਟ ਪ੍ਰੋਸੈਸ ਦੇ ਥਰੂ ਹੋ ਸਕਦਾ ਤੇ ਉਹਦੀ ਵੈਬਸਾਈਟਸ ਮੈਂ ਲਿੰਕਸ ਇਹਦੇ ਵੀਡੀਓ ਦੇ ਉੱਪਰ ਪਾਤੀਆਂ ਤੇ ਉੱਥੋਂ ਤੁਸੀਂ ਚੱਕ ਸਕਦੇ ਹੋ। ਜੇ ਹੋਰ ਵੀ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤੁਸੀਂ ਸਾਨੂੰ ਸਾਡੇ ਨੰਬਰਾਂ ਤੇ ਕਾਲ ਕਰਕੇ ਲੈ ਸਕਦੇ ਹੋ। ਤੇ ਦੀਦੀ ਵੱਲੋਂ ਕੀਤੀ ਜਿਹੜੀ ਬੇਨਤੀ ਉਹ ਕਿ ਆਪਣੇ ਬੱਚਿਆਂ ਨੂੰ ਇੱਦਾਂ ਦੇ ਆਪਣੇ ਨੇੜੇ ਤੇੜੇ ਸ਼ਹਿਰ ਦੇ ਵਿੱਚ ਆਸ਼ਰਮ ਦੇ ਵਿੱਚ ਵਿਜ਼ਿਟ ਕਰਾ ਕੇ ਉਹਨਾਂ ਨੂੰ ਇੱਕ ਮੋਰਲ ਵੈਲਿਊ ਸਿਖਾਓ ਕਿ ਜ਼ਿੰਦਗੀ ਜੀਣ ਦੇ ਨਾਲ ਨਾਲ ਇੱਕ ਇਹ ਵੀ ਚੀਜ਼ਾਂ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ।